आप जी ने महान कृपा करके 1616 बिक्रमी च सतसंगत जी दे जोड़ मेले की सब मर्यादा कायम की। पोथी अंग 50 परम पूजनीक सच्चे सतगुरु साहब जी ने सती रस्म बंद कराई। सतियां ਇਹ न आखियां ने जो मड़िया लागे जलाने। नानक सतियां जानिया ने जे बिरहे चोट मराने। आप जी ने ऐसे तुरके गुरबाणी जी उचारे जिन्हां द्वारा जोर जुल्म नाल सती करनों हटाया, सब नूं वाहिगुरू जी दी प्राप्ति करवाई। आप जी ने श्री गोविंदवाल साहब जी विखे रात दिने गुरु का लंगर चलाया। आप जी ने ये प्रेम बेनती की थी कि पहला लंगर छको फिर दर्शन दास दे दर्शन करो। वाहिगुरू पिंड डल्ले तो आप जी दे 72 प्रेमी भगत महापुरुष सन जो इकट्ठे अमृत रूप कीर्तन करते गुरबाणी कथा विचारते। जथा डल्ले वासी संगत ते भारी परम पूजनीक धर्म प्रचारक 22 मंजियां। परम पूजनीक सच्चे सतगुरु साहब जी दे 5 प्यारे। ਹੇਠਾਂ ਲਿਖੇ 22 ਮਹਾਂਪੁਰਸ਼ਾਂ ਅਤੇ ਹੋਰ ਅਨੇਕਾਂ ਪ੍ਰੇਮੀ 5 ਪਿਆਰਿਆਂ ਸ਼ਾਮਲ ਹੋ ਕੇ ਗੁਰੂ ਘਰ ਦੀ ਸੇਵਾ ਨਿਭਾਉਣ ਦੀ ਯੋਗਤਾ ਰੱਖਦੇ ਸਨ। ਪਰਮ ਪੂਜਨੀਕ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਖਾਸ ਪ੍ਰੇਮੀ ਗੁਰਮੁਖੋ ਸਿੱਖਾਂ ਚੋਂ 22 ਉੱਤਮ ਪ੍ਰਚਾਰਕਾਂ ਨੂੰ ਗੁਰਬਾਣੀ ਉਪਦੇਸ਼ਕ ਮੰਜੀਆਂ ਬਖਸ਼ੀਆਂ। ਇਨ੍ਹਾਂ ਗੁਰਮੁਖ ਪਿਆਰਿਆਂ ਦੀ ਪ੍ਰੇਮ ਭਗਤੀ ਸੱਚੇ ਸਤਿਗੁਰੂ ਸਾਹਿਬ ਜੀ ਨੂੰ ਭਾ ਗਈ। ਇਸ ਕਰਕੇ ਪਰਮ ਪੂਜਨੀਕ ਪੂਰਨ ਗੁਰ ਭਗਤ ਹੋਏ ਹਨ ਜੀ। ਪੋਥੀ ਅੰਗ 51 ਯਥਾ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਾਨੇ ਭਾਈ। ਇਹਨਾਂ ਨੂੰ ਗੁਰਸਿੱਖੀ ਦੇ ਪ੍ਰਚਾਰ ਲਈ ਦੇਸਾਂ ਪ੍ਰਦੇਸਾਂ ਅੰਦਰ ਭੇਜਿਆ। ਪੋਥੀ ਅੰਗ 51 ਪਿਆਰੇ ਅੱਲਾ ਜਾਰ ਜੀ ਭਾਈ ਪਾਰੋ ਜੁਲਕਾ ਪਰਮਹੰਸ ਡੱਲਾ ਨਿਵਾਸੀ ਜੀ ਦੀ ਸੁਸੰਗਤ ਕਰਕੇ ਸੱਚੇ ਸਤਿਗੁਰੂ ਸਾਹਿਬ ਜੀ ਦੇ ਖਾਸ ਪ੍ਰੇਮੀ ਭਗਤ ਬਣੇ। ਦੂਜੇ ਸਚਨ ਸੱਚ ਜੀ ਮੰਦਰ ਪਿੰਡ ਲਾਹੌਰ ਤੋਂ ਸਨ। ਇਹ ਸਤਿਗੁਰੂ ਤੀਜੇ ਪਾਤਸ਼ਾਹ ਜੀ ਦੇ ਖਾਸ ਪ੍ਰੇਮੀ ਸਿੱਖ ਸਨ। ਹਰੀਪੁਰੀਏ ਰਾਜੇ ਦੀ ਪਾਗਲ ਰਾਣੀ ਨਾਲ ਵਿਆਹ ਕੇ ਇਹਨਾਂ ਨੂੰ ਗੁਰਮੁਖਤਾਈ ਗੁਰਮੁਖ ਪ੍ਰਚਾਰ ਲਈ ਸਭ ਮੰਜੀ ਬਖਸ਼ੀ। ਇਹ ਗੁਰਮੁਖ ਮਹਾਂਪੁਰਸ਼ ਹਰ ਵੇਲੇ ਗਾ ਕੇ ਉੱਚੀ ਉੱਚੀ ਸੱਚਨ ਸੱਚ ਸੱਚਨ ਸੱਚ ਸੱਚਨ ਸੱਚ ਗੂੰਜਦੇ ਰਹਿੰਦੇ। ਜਿਸ ਕਰਕੇ ਇਹਨਾਂ ਦਾ ਸ਼ੁਭ ਨਾਮ ਵੀ ਸੱਚਨ ਸੱਚ ਹੀ ਪੈ ਗਿਆ। ਸੱਚਨ ਸੱਚ ਦਾ ਅਰਥ ਹੈ ਕਿ ਮੇਰੇ ਸਤਿਗੁਰੂ ਸਾਹਿਬ ਤੀਜੇ ਪਾਤਸ਼ਾਹ ਜੀ ਸੱਚਿਆਂ ਤੋਂ ਵੀ ਸੱਚੇ ਹਨ। ਇਹ ਅਰਥ ਦਿਲ 'ਚ ਰੱਖ ਕੇ ਹਰ ਵੇਲੇ ਸੱਚਨ ਸੱਚ ਸੱਚਨ ਸੱਚ ਜਪਣਾ ਚਾਹੀਦਾ ਹੈ। ਤੀਜੇ ਭਾਈ ਸਾਧਾਰਨ ਜੀ ਲੋਹਾਰ ਸ੍ਰੀ ਗੋਇੰਦਵਾਲ ਸਾਹਿਬ ਜੀ। ਚੌਥੇ ਬਾਬਾ ਸਾਵੜਮਲ ਜੀ ਮੁਹੱਲੇ ਤੀਜੇ ਜੀ ਦੇ ਭਤੀਜੇ ਸਨ। ਸ੍ਰੀ ਗੋਇੰਦਵਾਲ ਸਾਹਿਬ ਜੀ 'ਚ ਗੁਰੂ ਘਰ ਅਤੇ ਸਤਸੰਗਤ ਜੀ ਦੇ ਮਕਾਨਾਂ ਲਈ ਲੱਕੜੀ ਲਿਆਉਣ ਲਈ ਇਹਨਾਂ ਗੁਰਮੁਖਾਂ ਨੂੰ ਹਰੀਪੁਰ ਭੇਜਿਆ। ਉਸ ਥਾਂ ਜਾ ਕੇ ਇਹਨਾਂ ਨੇ ਖੂਬ ਧਰਮ ਨਿਸ਼ਕਾਮ ਪ੍ਰੇਮ ਪ੍ਰਚਾਰ ਕੀਤਾ। ਹਰੀਪੁਰੀਏ ਰਾਜੇ ਨੂੰ ਗੁਰੂ ਸਾਹਿਬ ਜੀ ਦੇ ਸੱਚੇ ਚਰਨ ਕਮਲਾਂ 'ਚ ਲਿਆ ਕੇ ਪਰਿਵਾਰ ਸਮੇਤ ਗੁਰਸਿੱਖ ਗੁਰਸੇਵਕ ਬਣਾਇਆ। ਪੰਜਵੇਂ ਭਾਈ ਸੁਖਣ ਜੀ ਗੁਰਮੁਖ ਪਿਆਰੇ ਪਿੰਡ ਧਮਿਆਲ ਪਾਕਿਸਤਾਨ ਤੋਂ ਸਨ। ਛੇਵੇਂ ਭਾਈ ਹੰਦਾਲ ਜੀ ਜੰਡਿਆਲਾ ਅੰਮ੍ਰਿਤਸਰ ਸਾਹਿਬ ਜੀ।
ਬਿਕਰਮੀ 1630 ਚ ਮਾਈ ਸੁਖੀ ਜੀ ਦੇ ਕੁੱਖੋਂ ਪ੍ਰਗਟੇ। ਹਰ ਵੇਲੇ ਨਿਰੰਜਨ ਨਿਰੰਜਨ ਜਾਪ ਕਰਦੇ ਸਨ, ਜਿਸ ਕਰਕੇ ਇਹਨਾਂ ਦੀ ਸੰਪਰਦਾ ਦਾ ਨਾਮ ਨਿਰੰਜਨੀਏ ਪੈ ਗਿਆ। 1705 ਸੰਮਤ 'ਚ ਸੱਚਖੰਡ ਗਏ। 7ਵੇਂ ਭਾਈ ਕੇਦਾਰੀ ਜੀ ਖਿੜੇ ਮੱਥੇ ਭਾਣਾ ਮੰਨਣ ਵਾਲੇ ਗੁਰਮੁਖੇ ਮਹਾਂਪੁਰਸ਼ ਬਟਾਲਾ। 8ਵੇਂ ਭਾਈ ਖੇਡਾ ਜੀ ਖੇਮ ਕਰਨ। 9ਵੇਂ ਗੁਰਮੁਖ ਭਾਈ ਗੰਗੂ ਸ਼ਾਹ ਜੀ ਗੜ੍ਹ ਸ਼ੰਕਰ। ਸੱਚੇ ਸਤਿਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਧਰਮ ਪ੍ਰਚਾਰ ਲਈ ਸਿਰਮੌਰ ਦੇ ਇਲਾਕੇ 'ਚ ਭੇਜਿਆ। ਇਹਨਾਂ ਦਾ ਸਥਾਨ ਦਾਉਂ ਜ਼ਿਲ੍ਹਾ ਅੰਬਾਲਾ 'ਚ ਹੈ। ਇਹਨਾਂ ਦੇ ਪੜੋਤੇ ਭਾਈ ਜਵਾਹਰ ਸਿੰਘ ਜੀ ਉੱਚ ਕਰਨੀ ਵਾਲੇ ਹੋਏ ਹਨ। ਭਾਈ ਦਰਬਾਰੀ ਜੀ ਮਜੀਠਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ। 11ਵੇਂ ਭਾਈ ਪਾਰੋ ਜੀ ਪਰਮਹੰਸ ਤਤਵੇਤੇ ਪਿੰਡ ਡੱਲਾ। ਭਾਈ ਗੁਰਦਾਸ ਜੀ ਅਨੁਸਾਰ ਡੱਲਾ ਸੁਲਤਾਨਪੁਰ ਸਾਹਿਬ ਨਿਵਾਸੀ ਭਾਈ ਪਾਰੋ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੂਜੇ ਪਾਤਸ਼ਾਹ ਜੀ ਦੀ ਅਗਮ ਅਪਾਰ ਮਹਾਬਸਮਾਦ ਕਿਰਪਾ ਦੁਆਰਾ ਪਰਮਹੰਸ ਤਤਵੇਤੇ ਬਣੇ। ਇਹਨਾਂ ਦੀ ਸਭ ਵੰਸ਼ 'ਚ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਸਹੁਰਾ ਸਾਹਿਬ ਬਾਬਾ ਨਰੈਣ ਦਾਸ ਜੀ ਹੋਏ ਹਨ। ਪਰਮਹੰਸ ਪਾਰੋ ਜੁਲਕਾ ਜੀ ਨੇ ਸੱਚੇ ਪਿਤਾ ਸਤਿਗੁਰੂ ਤੀਜੇ ਪਾਤਸ਼ਾਹ ਜੀ ਦੀ ਸਭ ਆਗਿਆ ਪਾ ਕੇ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਵਿਸਾਖੀ ਦੇ ਜੋੜ ਮੇਲੇ ਦੀ ਮਰਜ਼ਾਦਾ ਆਰੰਭੀ। ਇਹਨਾਂ ਗੁਰਮੁਖਾਂ ਦੀ ਪਰਮਹੰਸ ਜੀਵਨੀ ਪਰਉਪਕਾਰ ਕਰਨੀ ਤੇ ਪਰਮ ਪੂਜਨੀਕ ਸੱਚੇ ਸਤਿਗੁਰੂ ਤੀਜੇ ਪਾਤਸ਼ਾਹ ਜੀ ਨੇ ਪਰਮ ਪ੍ਰਸੰਨ ਬਸਮਾਦ ਹੋ ਕੇ ਕਿਹਾ, ਹੇ ਭਾਈ ਸਾਹਿਬ ਜੀ, ਦਾਸਨ ਦਾਸ ਆਪ ਜੀ ਅੰਦਰ ਪ੍ਰਵੇਸ਼ ਹੋ ਕੇ ਜਗਤ ਨੂੰ ਤਾਰਨਾ ਚਾਹੁੰਦਾ ਹੈ। ਭਾਵ ਆਪ ਜੀ ਨੂੰ ਗੁਰਤਾ ਗੱਦੀ ਬਖਸ਼ਣਾ ਚਾਹੁੰਦਾ ਹੈ। ਪੋਥੀ ਅੰਗ 52। ਇਹਨਾਂ ਨੇ ਅਤਿਅੰਤ ਪ੍ਰੇਮ ਨਿਮਰਤਾ ਗਰੀਬੀ ਨਾਲ ਪ੍ਰੇਮ ਬੇਨਤੀ ਕੀਤੀ, ਹੇ ਗਰੀਬ ਨਵਾਜ਼ ਜੀ, ਇਉਂ ਨਾ ਕਹੋ ਕਿ ਹੁਕਮ ਮੋੜਦਾ ਹੈ। ਕਿਰਪਾ ਕਰਕੇ ਦਾਸਨ ਦਾਸ ਨੂੰ ਅਤੀ ਪਿਆਰੀ ਗੁਰਸਿੱਖੀ ਹੀ ਬਖਸ਼ੋ ਜੀ। ਤਾਂ ਪ੍ਰੇਮ 'ਚ ਢਲ ਕੇ ਉੱਤਰ ਦਿੱਤਾ, ਸ਼ਾਬਾਸ਼ ਭਾਈ, ਗੁਰਤਾ ਸਿੱਖੀ ਦੇ ਅਧੀਨ ਰਹੇਗੀ। ਇਸ ਤੋਂ ਪੂਰਨ ਹੰਗਤਾ ਮਾਣ ਵਡਿਆਈ ਦੇ ਤਿਆਗ ਦੀ ਸਭ ਸਿੱਖਿਆ ਮਿਲਦੀ ਹੈ ਜੀ। ਵੱਡੇ ਤੋਂ ਵੱਡਾ ਰੁਤਬਾ ਪਾ ਕੇ ਵੀ ਹੰਗਤਾ ਨਹੀਂ ਕਰਨੀ। ਸਤਿਗੁਰੂ ਸਾਹਿਬ ਜੀ ਦੇ ਪ੍ਰੇਮੀ ਗੁਰਸਿੱਖ ਗੁਰਸੇਵਕ ਬਣਨਾ ਹੈ। ਆਪਣੇ ਆਪਣੇ ਪੰਥ ਨਹੀਂ ਬਣਾਉਣੇ। 12ਵੇਂ ਭਾਈ ਫੇਰਾ ਜੀ ਮੀਰਪੁਰ ਜੰਮੂ। 13ਵੇਂ ਭਾਈ ਬੂਆ ਜੀ ਸ੍ਰੀ ਹਰਗੋਬਿੰਦਪੁਰ ਸਾਹਿਬ ਜੀ। ਸੱਚੇ ਸਤਿਗੁਰੂ ਸਾਹਿਬ ਜੀ ਦੀ ਸਭ ਸੱਚੀ ਸੇਵਾ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਏ। 14ਵੇਂ ਗੁਰਮੁਖ ਭਾਈ ਬੇਣੀ ਜੀ ਪੰਡਤ ਚੂਣੀਆਂ ਲਾਹੌਰ। ਦਿਗਵਿਜੈ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਜੀ ਆਏ। ਪੂਰਨ ਬ੍ਰਹਮ ਸਰੂਪ ਸੱਚੇ ਸਤਿਗੁਰੂ ਸਾਹਿਬ ਜੀ ਦੇ ਸੁੰਦਰ ਦਰਸ਼ਨ ਕਰਕੇ ਵਿਦਿਆ ਅਭਿਮਾਨ ਛੱਡ ਕੇ ਗੁਰਸੇਵਕ ਹੋ ਗਏ। ਆਪ ਜੀ ਨੇ ਇਹਨਾਂ ਪਰਸਾਏ ਮਲਾਰ ਰਾਗ 'ਚ ਇਹੋ ਮਾਂ ਨੂੰ ਗਿਰਹੀ ਕਿ ਇਹੋ ਮਾਂ ਨੂੰ ਉਦਾਸੀ ਗੁਰ ਸ਼ਬਦ ਜੀ ਉਚਾਰੇ। ਇਹਨਾਂ ਦੀ ਸਭ ਵੰਸ਼ 'ਚੋਂ ਉੱਤਮ ਕਵੀ ਭਾਈ ਹਰਦਿਆਲ ਜੀ ਹੋਏ ਹਨ। ਇਹਨਾਂ ਨੇ ਵੈਰਾਗ ਸ਼ਤਕ ਤੇ ਸਾਰ ਕੁਤਾਵਲੀ ਦਾ ਮਨੋਹਰ ਟੀਕਾ ਲਿਖਿਆ ਹੈ। 15ਵੇਂ ਭਾਈ ਮੇਸਾ ਜੀ ਸੁਲਤਾਨਪੁਰ। ਸੱਚੇ ਸਤਿਗੁਰੂ ਸਾਹਿਬ ਜੀ ਦੇ ਅਨੰਨ ਸਿੱਖ ਹੋ ਕੇ ਆਤਮ ਗਿਆਨੀ ਹੋਏ। 16ਵੇਂ ਗੁਰਮੁਖ ਪਿਆਰੇ ਮਾਈ ਦਾਸ ਜੀ ਨਰੋਲੀ ਪਿੰਡ ਮਾਝੇ ਦੇ ਸੋਇਮ ਪਾਕੀ ਵੈਸ਼ਨਵ।
ਗੁਰਸਿੱਖ ਮਾਨਕ ਚੰਦ ਜੀ ਦੀ ਸੁਸੰਗਤ ਨਾਲ ਆਤਮ ਗਿਆਨ ਨੂੰ ਪ੍ਰਾਪਤ ਹੋਏ। ਇਹਨਾਂ ਨੇ ਮਾਝੇ 'ਚ ਗੁਰਸਿੱਖੀ ਦਾ ਵੱਡਾ ਭਾਰੀ ਪ੍ਰਚਾਰ ਕੀਤਾ। 17ਵੇਂ ਗੁਰਮੁਖ ਭਾਈ ਮਾਨਕ ਚੰਦ ਜੀ ਪਿੰਡ ਵੈਰੋਵਾਲ ਤੋਂ ਇਹਨਾਂ ਨੇ ਸ੍ਰੀ ਬੋਲੀ ਸਾਹਿਬ ਜੀ ਦਾ ਕੜ ਤੋੜਿਆ। ਗੁਰੂ ਸੇਵਾ ਕਰਦਿਆਂ ਡੁੱਬ ਕੇ ਸਰੀਰ ਤਿਆਗ ਗਏ। ਸੱਚੇ ਸਤਿਗੁਰੂ ਸਾਹਿਬ ਜੀ ਨੇ ਜਿਉਂਦੇ ਕਰਕੇ ਨਾਉ ਜੀਵੜਾ ਰੱਖਿਆ। ਵੈਰੋਵਾਲ 'ਚ ਜੀਵੜੇ ਵੰਸ਼ ਪ੍ਰਸਿੱਧ ਹੈ। ਇਹਨਾਂ ਦੀ ਸੁਸੰਗਤ ਕਰਕੇ ਮਾਈ ਦਾਸ ਬੈਰਾਗੀ ਜੀ ਗੁਰਸਿੱਖੀ ਦੇ ਉੱਤਮ ਪ੍ਰਚਾਰਕ ਬਣੇ। 18ਵੇਂ ਆਨੰਦ ਸੇਵਕ ਗੁਰੂ ਭਗਤ ਮਥੋ ਮੁਰਾਰੀ ਜੀ ਧੰਨ ਸਤਿਗੁਰੂ ਤੀਜੇ ਪਾਤਸ਼ਾਹ ਜੀ ਨੇ ਖਾਈ ਪਿੰਡ ਜ਼ਿਲ੍ਹਾ ਲਾਹੌਰ ਦੇ ਪ੍ਰੇਮੇ ਕੋੜੀ ਨੂੰ ਰੋਕ ਕਰਕੇ ਸਿੰਹ ਉਪਲ ਖੱਤਰੀ ਦੀ ਪਿਆਰੀ ਸੁਪੁੱਤਰੀ ਇਹਨਾਂ ਨਾਲ ਵਿਆਹ ਦਿੱਤੀ। ਸਿੰਹ ਸਿੱਖ ਦੇ ਘਰਵਾਲੀ ਨੇ ਸੱਚੇ ਪਾਤਸ਼ਾਹ ਜੀ ਨੂੰ ਕਿਹਾ, ਜੀ ਇਹ ਕੀ ਕੀਤਾ ਹੈ? ਸੱਚੇ ਪਾਤਸ਼ਾਹ ਜੀ ਕਿਹਾ, ਇਹ ਦਾਸਨ ਦਾਸ ਦੇ ਸਪੁੱਤਰ ਸਪੁੱਤਰੀ ਹਨ। ਗੁਰਮਤਿ ਅਨੁਸਾਰ ਇਸ ਦਾ ਨਾਮ ਮੁਰਾਰੀ ਰੱਖਦਾ ਹਾਂ, ਬੱਚੀ ਦਾ ਨਾਮ ਮਥੋ ਰੱਖਦਾ ਹਾਂ। ਜਿਹੜਾ ਮਥੋ ਮੁਰਾਰੀ ਦਾ ਨਾਮ ਜਪੇਗਾ ਉਹ ਜਮ ਨਹੀਂ ਦੇਖੇਗਾ। ਇਹਨਾਂ ਨੇ ਬਹੁਤ ਭਾਰੀ ਧਰਮ ਪ੍ਰਚਾਰ ਕੀਤਾ। 19ਵੇਂ ਗੁਰਮੁਖ ਭਾਈ ਰਾਜਾ ਰਾਮ ਜੀ ਆਪ ਜੀ ਦੇ ਪਰਮ ਪੁੱਤਰ ਸੱਚੇ ਚਰਨੀ ਲੱਗ ਕੇ ਅਭਿਮਾਨ ਰਹਿਤ ਹੋਏ। ਬੰਸ ਪਿੰਡ ਸੰਧਮਾ ਜਲੰਧਰ 'ਚ ਹੈ। 20ਵੇਂ ਗੁਰਮੁਖ ਮਹਾਂਪੁਰਸ਼ ਭਾਈ ਰੰਗ ਸ਼ਾਹ ਜੀ ਔਲਾਦ ਬੰਗਿਆਂ 'ਚ ਮੱਲੂ ਪੋਤੇ ਜਲੰਧਰ ਤੋਂ ਸੱਚੇ ਸਤਿਗੁਰੂ ਸਾਹਿਬ ਜੀ ਦੀ ਸੁਸੰਗਤ ਕਰਕੇ ਸਚਿਆਰ ਸਿੱਖ ਸੇਵਕ ਹੋਏ। ਦੁਆਬੇ 'ਚ ਗੁਰਸਿੱਖੀ ਦਾ ਭਾਰੀ ਪ੍ਰਚਾਰ ਕੀਤਾ। 21ਵੇਂ ਗੁਰਮੁਖ ਭਾਈ ਰੰਗਦਾਸ ਜੀ ਘੜੂਆਂ ਅੰਬਾਲਾ, ਇੱਥੇ ਇਹਨਾਂ ਦੀ ਸ਼ੁਭ ਬੰਸ ਹੈ। ਰਾਤ ਦਿਨ ਆਪ ਜੀ ਦੀ ਸਭ ਸੱਚੀ ਸੇਵਾ ਭਗਤੀ ਕਰਕੇ ਪ੍ਰੇਮ 'ਚ ਮਸਤ ਹੋ ਗਏ। 22ਵੇਂ ਭਾਈ ਲਾਲੋ ਜੀ ਡੱਲਾ ਨਿਵਾਸੀ ਉੱਤਮ ਵੈਦ ਸਨ। ਆਪ ਜੀ ਦੀ ਸਭ ਸੱਚੀ ਸੇਵਾ ਕਰਕੇ ਆਤਮ ਗਿਆਨ ਪੂਰਨ ਪਦ ਨੂੰ ਪ੍ਰਾਪਤ ਹੋਏ। ਪੋਥੀ ਅੰਗ 53 ਪਤੀ ਵਰਤਾ ਪ੍ਰੇਮਣ ਮਾਈ ਸੇਵਾ ਜੀ ਨੇ ਆਪ ਜੀ ਦੀ ਪਿਆਰੀ ਸਿੱਖੀ ਕਮਾਈ। ਸ੍ਰੀ ਬੌਲੀ ਸਾਹਿਬ ਜੀ ਦੀ ਸਭ ਸੱਚੀ ਸੇਵਾ 'ਚ ਟੋਕਰੀ ਢੋਈ ਅਮੋਲਕ ਸਾਖੀ। ਧੰਨ ਸਤਿਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨ ਮੰਨ ਕੇ ਸ੍ਰੀ ਬੌਲੀ ਸਾਹਿਬ ਜੀ ਦੀ ਸਭ ਸੱਚੀ ਸੇਵਾ ਕਰਕੇ ਮਾਈ ਸੇਵਾ ਜੀ ਗੁਰਮੁਖੇ ਰੋਮੇ ਰੋਮੇ ਹਾਰੇ ਧਿਆਵੈ ਵਾਲੀ ਅਗੰਬ ਸਮਾਦ ਗੁਰਮੁਖ ਅਵਸਥਾ ਨੂੰ ਪ੍ਰਾਪਤ ਹੋ ਗਏ। ਕਾਬਲੋਂ ਆ ਕੇ ਨਿਤਾ ਪ੍ਰਤੀ ਸੇਵਾ ਕਰਕੇ ਅਲੋਪ ਹੋ ਕੇ ਕਾਬਲ ਚਲੇ ਜਾਂਦੇ। ਪ੍ਰੇਮੀਆਂ ਨੇ ਸੱਚੇ ਪਾਤਸ਼ਾਹ ਜੀ ਤੋਂ ਅਲੋਪ ਹੋਣ ਦਾ ਕਾਰਨ ਪੁੱਛਿਆ ਤਾਂ ਵਾਹਿਗੁਰੂ ਸਰੂਪ ਸੱਚੇ ਸਤਿਗੁਰੂ ਸਾਹਿਬ ਜੀ ਨੇ ਗੁਰਸਿੱਖਾਂ ਦੇ ਕੋਲ ਹੁੰਦਿਆਂ ਮਾਈ ਜੀ ਨੂੰ ਬੜੇ ਪਿਆਰ ਸਤਿਕਾਰ ਨਾਲ ਪੁੱਛਿਆ, ਹੇ ਬੀਬੀ ਜੀ, ਪ੍ਰੇਮੀ ਤੇਰੇ ਅਲੋਪ ਪ੍ਰਗਟ ਹੋਣ ਤੇ ਸ਼ੰਕਾ ਕਰਦੇ ਹਨ। ਦੋਵੇਂ ਹੱਥ ਜੋੜ ਕੇ ਸਿਰ ਝੁਕਾ ਠਾਂਡ ਪਇਓ ਮੈਂ ਜੋਰ ਕਾਰੇ ਬਚਨ ਕਹਾ ਸ਼ੇਰ ਨਿਆਏ ਅਨੁਸਾਰ। ਗੁਰਮੁਖ ਬੀਬੀ ਜੀ ਨੇ ਬੜੀ ਹੀ ਪ੍ਰੇਮ ਭਾਵਨਾ ਨਾਲ ਧੰਨ ਸਤਿਗੁਰੂ ਸਾਹਿਬ ਜੀ ਨੂੰ ਵਾਹਿਗੁਰੂ ਸਰੂਪ ਮੰਨ ਕੇ ਕਿਹਾ, ਹੇ ਮੇਰਾ ਅੰਤਰਜਾਮੀ ਹਾਰੇ ਰਾਇਆ ਜੀ। ਸ੍ਰੀ ਬੌਲੀ ਸਾਹਿਬ ਜੀ ਦੀ ਸਭ ਸੇਵਾ ਬਾਰੇ ਆਪ ਜੀ ਦਾ ਪਰਮ ਪਿਤਰ ਸਭ ਹੁਕਮਨਾਮਾ ਕਾਬਲ ਦੀ ਸਤਸੰਗਤ ਜੀ ਪਾਸ ਪਹੁੰਚਿਆ ਤਾਂ ਦਾਸਨ ਦਾਸੀ ਨੇ ਆਪਣੇ ਪਤੀ ਜੀ ਨੂੰ ਪ੍ਰੇਮ ਬੇਨਤੀ ਕਰਕੇ ਸਭ ਸੱਚੀ ਸੇਵਾ ਮੰਗੀ। ਆਪ ਜੀ ਦੀ ਮਹਾਨ ਬਖਸ਼ਿਸ਼ ਦੁਆਰਾ ਅਸੀਂ ਦੋਵੇਂ ਆਪ ਜੀ ਦਾ ਪਰਮ ਪਵਿੱਤਰ ਪਰਮ ਪੂਜਨੀਕ ਸ਼ੁਭ ਨਾਮ ਜਪਦੇ ਅਤੇ ਧਿਆਨ ਧਾਰਦੇ ਹਾਂ ਜੀ। ਆਪ ਜੀ ਅਨੰਤ ਕਲਾ ਦੇ ਮਾਲਕ ਹੋ। ਆਪ ਜੀ ਦੇ ਵੱਡੇ ਪ੍ਰਤਾਪ ਕਰਕੇ ਦਾਸਨ ਦਾਸੀ ਕਾਬਲੋਂ ਆ ਕੇ ਸਾਰਾ ਦਿਨ ਸੋ ਸੇਵਾ ਕਰਕੇ ਸ਼ਾਮ ਨੂੰ ਵਾਪਸ ਘਰ ਚਲੀ ਜਾਂਦੀ ਹੈ।
ਹਜ਼ੂਰ ਨੇ ਕਿਹਾ, ਬੱਚੀ ਸ਼ਾਬਾਸ਼, ਗੁਰ ਸੇਵਾ ਤੇ ਭਗਤ ਤੇ ਕਮਾਈ ਅਨੁਸਾਰ ਤੁਸੀਂ ਪਤੀ ਸਤੀ ਨੇ ਆਪਣਾ ਜਨਮ ਸਫਲਾ ਕਰ ਲਿਆ ਹੈ। ਨਿਹਾਲ ਨਿਹਾਲ ਨਿਹਾਲ। ਵਾਹਿਗੁਰੂ। ਗੁਰਤਾ ਸਮਾਂ ਤਕਰੀਬਨ 22 ਸਾਲ 6 ਮਹੀਨੇ 8 ਦਿਨ। ਵੈਰਾਗਮਈ ਜੋਤੀ ਜੋਤ ਧੰਨ ਗੁਰੂ ਨਾਨਕ ਸਾਹਿਬ ਸੰਮਤ 105 ਅਤੇ 1631 ਬਿਕਰਮੀ ਭਾਦੋਂ ਸੁਦੀ ਪੁੰਨਿਆ 1 ਅਕਤੂਬਰ 1574 ਈਸਵੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਜੀ ਤੋਂ ਗੁਰਦੁਆਰਾ ਸ੍ਰੀ ਹਵੇਲੀ ਸਾਹਿਬ ਜੀ ਵਿਖੇ ਜੋਤੀ ਜੋਤ ਸਮਾਏ। ਕੁੱਲ ਆਜੂ ਤਕਰੀਬਨ 105 ਸਾਲ 4 ਮਹੀਨੇ 28 ਦਿਨ। ਸਮਕਾਲੀ ਭਗਤ ਪਰਮ ਪੂਜਨੀਕ ਭਗਤ ਸੂਰਦਾਸ ਸਾਹਿਬ ਜੀ ਸੰਮਤ 1586 ਚ ਪ੍ਰਗਟੇ। ਪਰਮ ਪੂਜਨੀਕ ਭਗਤ ਭੀਖਨ ਜੀ 1631 ਸੰਮਤ ਨੂੰ ਜੋਤੀ ਜੋਤ ਸਮਾਏ। ਝੂਠਾ ਰਾਜ ਹਮਾਇਓ ਅਕਬਰ। ਵਾਹਿਗੁਰੂ। ਨਾਦੀ ਔਲਾਦ ਅਨੁਸਾਰ ਪਰਮ ਪੂਜਨੀਕ ਸੱਚੇ ਸਤਿਗੁਰੂ 10ਵੇਂ ਪਾਤਸ਼ਾਹ ਜੀ ਆਪ ਜੀ ਦੇ ਨਤਾਨੰਦ ਹਨ।